Hello students, welcome to my YouTube channel. Today I will discuss about their class 10th SST. First chapter was Introduction of India. ਇਹ geography part ਦਾ ਪਹਿਲਾ ਚੈਪਟਰ ਹੈ। ਇਹ ਚੈਪਟਰ ਦੀ ਮੈਂ ਪੂਰੀ ਟਰਾਂਸਲੇਸ਼ਨ ਤੁਹਾਨੂੰ ਪੰਜਾਬੀ ਦੇ ਵਿੱਚ ਦੱਸਾਂਗਾ। ਲਾਸਟ ਦੇ ਵਿੱਚ ਮੈਂ ਇੱਕ ਮਾਰਕਸ ਦੇ ਕੁਐਸਚਨ ਬਣਾਏ ਨੇ ਜਿਹੜੇ ਕਿ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਦੇ ਆਨਸਰ ਦੇਣੇ ਆ ਤੇ ਇਹਦੇ ਆਨਸਰ ਜਿਹੜੇ ਨੇ ਉਹ ਤੁਸੀਂ ਮੇਰੇ ਕਮੈਂਟ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ। ਉਸ ਤੋਂ ਬਾਅਦ ਮੈਂ ਸ਼ਾਰਟ ਕੁਐਸਚਨ ਆਨਸਰ ਜਿਹੜੇ ਕਿ ਟੈਕਸਟ ਬੁੱਕਸ ਦੇ ਅਕੋਰਡਿੰਗ ਨੇ 15 ਕੁਐਸਚਨ ਆਨਸਰ ਦਿੱਤੇ ਨੇ। ਮੇਰੀ ਨੈਕਸਟ ਵੀਡੀਓ ਦੇ ਵਿੱਚ ਮੈਂ ਇਹਦੇ ਹੋਰ ਵੀ ਜਿਹੜੇ ਕੁਐਸਚਨਸ ਨੇ ਉਹ ਪਾਵਾਂਗਾ ਤੇ ਉਹਦੀ ਟਰਾਂਸਲੇਸ਼ਨ ਵੀ ਤੁਹਾਨੂੰ ਨਾਲ ਦੀ ਨਾਲ ਦਵਾਂਗਾ। ਜਿਹੜੇ ਬੱਚੇ ਪੰਜਾਬੀ ਮੀਡੀਅਮ ਦੇ ਵਿੱਚ ਇਹ ਰੱਖਣਾ ਚਾਹੁੰਦੇ ਨੇ SST ਉਹਨਾਂ ਨੂੰ ਵੀ ਇਹ ਜਿਹੜਾ ਚੈਪਟਰ ਹੈ ਬੜਾ ਹੈਲਪਫੁਲ ਹੋਏਗਾ, ਕਿਉਂਕਿ ਮੈਂ ਇਹਦੀ ਸਾਰੀ ਟਰਾਂਸਲੇਸ਼ਨ ਪੰਜਾਬੀ ਦੇ ਵਿੱਚ ਦਵਾਂਗਾ ਤਾਂ ਉਹਨਾਂ ਨੇ ਇਹ ਚੈਪਟਰ ਨੂੰ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮੈਂ ਬੜੇ ਈਜ਼ੀ ਵੇ ਦੇ ਨਾਲ ਤੇ ਤੁਹਾਨੂੰ ਸੌਖੇ ਢੰਗ ਦੇ ਨਾਲ ਇਹ ਸਾਰਾ ਚੈਪਟਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਮੇਰੇ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਕਮੈਂਟ ਕਰੋ ਵੀ ਜੇਕਰ ਤੁਹਾਨੂੰ ਇਸ ਦੇ ਵਿੱਚ ਹੋਰ ਵੀ ਸਿੰਪਲੀਫਿਕੇਸ਼ਨ ਚਾਹੀਦੀ ਹੈ, ਠੀਕ ਹੈ। ਤੇ ਤੁਸੀਂ ਆਪਣੀ ਕਾਪੀ ਪੈਨ ਜ਼ਰੂਰ ਨਾਲ ਰੱਖਣਾ ਹੈ, ਕਿਉਂਕਿ ਮੈਂ ਕੁਝ ਇਹੋ ਜਿਹੇ ਪੁਆਇੰਟਸ ਵੀ ਦੱਸਾਂਗਾ ਜਿਹੜੇ ਕਿ ਇਹਦੇ ਵਿੱਚ ਲਿਖਣਾ ਸ਼ਾਇਦ ਨਹੀਂ ਹੋਣਗੇ, ਕਿਉਂਕਿ ਮੈਂ ਟੈਕਸਟ ਬੁੱਕਸ ਦੇ ਵਿੱਚੋਂ ਵੀ ਇਹਦੇ ਵਿੱਚ ਚੈਪਟਰ ਚੱਕ ਕੇ ਇਹਦੇ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਜੇਕਰ ਤੁਹਾਨੂੰ ਉਹ ਕੋਈ ਪੁਆਇੰਟ ਨਹੀਂ ਮਿਲਦੇ ਤਾਂ ਤੁਸੀਂ ਉਹ ਕਾਪੀ ਦੇ ਉੱਤੇ ਰਫਲੀ ਤੌਰ ਤੇ ਨੋਟ ਡਾਊਨ ਕਰ ਲੈਣੇ ਆ, ਤਾਂ ਜੋ ਇਹ ਤੁਹਾਡੇ ਜਦੋਂ ਫਾਈਨਲ ਐਗਜ਼ਾਮ ਆਉਣਗੇ ਤਾਂ ਤੁਸੀਂ ਉਹਨਾਂ ਨੂੰ ਰੀਡ ਆਊਟ ਕਰ ਜਿਓ ਤਾਂ ਇਹ ਤੁਹਾਨੂੰ ਈਜ਼ੀ ਮਿਲ ਜਾਣਗੇ ਤੇ ਤੁਸੀਂ ਈਜ਼ੀਲੀ ਪੇਪਰ ਦੇ ਵਿੱਚ ਵਧੀਆ ਸਕੋਰ ਕਰ ਸਕਦੇ ਹੋ SST ਦੇ ਵਿੱਚ। ਸਟਾਰਟ ਕਰਦੇ ਹਾਂ। ਇੰਟਰੋਡਕਸ਼ਨ ਆਫ ਇੰਡੀਆ। ਜਿਹੜਾ ਇੰਡੀਆ ਜਿਹੜਾ ਨਾਮ ਆ ਉਹ ਇੰਡੀਆ ਦੇ ਕਈ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ। ਸਭ ਤੋਂ ਪਹਿਲਾਂ ਜਿਹੜਾ ਇੰਡੀਆ ਦਾ ਨਾਮ ਰੱਖਿਆ ਗਿਆ ਭਾਰਤ ਨੂੰ ਇੰਡੀਆ ਦਾ ਨਾਮ ਦਿੱਤਾ ਗਿਆ। ਕਿਸ ਕਰਕੇ ਦਿੱਤਾ ਗਿਆ? ਕਿਉਂਕਿ ਉੱਥੇ ਕੀ ਸੀਗੀ? ਸਿੰਧ ਰੀਵਰ ਜਿਹਨੂੰ ਕਹਿੰਦੇ ਆ, ਸਿੰਧ ਰੀਵਰ ਉੱਥੇ ਸੀਗੀ, ਜਿਹਦੇ ਕਰਕੇ ਇੰਡੀਆ ਦਾ ਨਾਮ ਭਾਰਤ ਪਿਆ। ਫਿਰ ਜੇਕਰ ਅਸੀਂ ਉਹਦੀ ਗਲੋਬ ਦੇ ਅਕੋਰਡਿੰਗ ਸਿਚੁਏਸ਼ਨ ਦੇਖੀਏ ਤਾਂ ਗਲੋਬ ਦੇ ਅਕੋਰਡਿੰਗ ਜਿਹੜਾ ਇੰਡੀਆ ਵਾ ਉਹ ਕਿੱਥੇ ਸਟ੍ਰੇਟ ਕਰਦਾ ਵਾ? ਉਹ ਨਾਰਥ ਹੀਮੋਸਫੀਅਰ ਦੇ ਵਿੱਚ ਉਹ ਕੀ ਆ ਸਟ੍ਰੇਟ ਕਰਦਾ ਵਾ। ਨਾਰਥਨ ਜਿਹੜੀ ਬਾਉਂਡਰੀ ਹੈ ਇੰਡੀਆ ਦੀ ਜੋਗ੍ਰਾਫੀਕਲ ਦੇ ਵਿੱਚ, ਨਾਰਥਨ ਤੁਹਾਨੂੰ ਪਤਾ ਵਾ ਵੀ ਜਿਹੜਾ ਇੰਡੀਆ ਦਾ ਅੱਪਰਲਾ ਪਾਰਟ ਆ, ਇੰਡੀਆ ਦਾ ਜਿਹੜਾ ਅੱਪਰ ਪਾਰਟ ਹੈ ਉਹ ਵਾਲਾ ਕੀ ਆ ਨਾਰਥ ਇੰਡੀਆ ਦੇ ਵਿੱਚ ਜਾ ਰਿਹਾ ਵਾ, ਤੇ ਨੀਚੇ ਵਾਲਾ ਕੀ ਆ ਸਾਊਥ ਇੰਡੀਆ ਦੇ ਵਿੱਚ ਜਾ ਰਿਹਾ। ਤਾਂ ਇੰਡੀਆ ਦੇ ਨਾਰਥ ਦੇ ਵਿੱਚ ਕਿਹੜਾ ਵਾ? ਹਿਮਾਲਿਆ, ਜਿਹੜਾ ਕਿ ਨੇਪਾਲ ਤੋਂ ਅਲੱਗ ਕਰਦਾ ਵਾ ਇੰਡੀਆ ਨੂੰ। ਤੇ ਸਾਊਥ ਦੇ ਵਿੱਚ ਕੀ ਆ? ਇੰਡੀਅਨ ਓਸ਼ਨ, ਯਾਨੀ ਕਿ ਜਿਹੜਾ ਭਾਰਤੀ ਅਰਬ ਮਹਾਸਾਗਰ ਕਿਹਾ ਜਾਂਦਾ ਵਾ ਉਹ ਹੈਗਾ ਵਾ। ਗੱਲ ਕਰੀਏ ਇੰਡੀਆ ਦੀ ਪਾਪੂਲੇਸ਼ਨ ਦੇ ਅਕੋਰਡਿੰਗ ਤਾਂ ਇੰਡੀਆ ਪਾਪੂਲੇਸ਼ਨ ਦੇ ਅਕੋਰਡਿੰਗ ਤੁਹਾਨੂੰ ਪਤਾ ਹੀ ਆ ਸੈਕਿੰਡ ਨੰਬਰ 'ਤੇ ਆ, ਫਸਟ ਦੇ ਉੱਤੇ ਚਾਈਨਾ ਵਾ। ਤੇ ਏਰੀਆ ਦੇ ਅਕੋਰਡਿੰਗ ਜੇਕਰ ਗੱਲ ਕੀਤੀ ਜਾਵੇ ਤਾਂ ਇੰਡੀਆ ਕਿੰਨਵੇਂ ਨੰਬਰ 'ਤੇ ਆ? 7th ਨੰਬਰ 'ਤੇ ਆ ਏਰੀਆ ਦੇ ਅਕੋਰਡਿੰਗ। ਤੁਹਾਨੂੰ ਦੱਸਿਆ ਗਿਆ ਇੰਡੀਆ ਦੇ ਵਿੱਚ ਤੁਸੀਂ ਜਿਹੜਾ ਸਾਊਥ ਏਸ਼ੀਆ ਦੀ ਬਾਉਂਡਰੀ ਲੱਗਦੀ ਆ ਅਰਬ ਸੀ ਦੇ ਨਾਲ ਤੇ ਵੇ ਆਫ ਬੰਗਾਲ ਦੇ ਨਾਲ। ਵੇ ਆਫ ਬੰਗਾਲ ਜਿਹੜਾ ਵਾ ਸਾਡਾ ਵੈਸਟ ਸਾਈਡ ਦੇ ਉੱਤੇ, ਈਸਟ ਸਾਈਡ ਦੇ ਉੱਤੇ ਪੈਂਦਾ ਵਾ। ਇੰਡੀਆ ਜਿਹੜਾ ਵਾ ਉਹ ਕਾਫੀ ਵੱਡਾ ਦੇਸ਼ ਆ। ਇਹਦੇ ਜਿਹੜਾ ਰਿਪਬਲਿਕ ਦੇ ਵਿੱਚ ਜਦੋਂ ਇੰਡੀਆ ਨੇ ਆਪਣੀ ਛਾਪ ਛੱਡੀ ਤਾਂ ਉਹ ਗ੍ਰੀਨ ਰੈਵੋਲਿਊਸ਼ਨ ਤੋਂ ਛੱਡੀ। 1966 ਤੇ 1967 ਦੇ ਵਿੱਚ ਇਹ ਗ੍ਰੀਨ ਰੈਵੋਲਿਊਸ਼ਨ ਆਈ, ਜਿਹਦੇ ਕਰਕੇ ਇੰਡੀਆ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਹੋਈ ਸੀਗੀ ਰਾਈਸ ਤੇ ਵੀਟ ਸੀ ਉਹਦੇ ਵਿੱਚ ਇਨਕਰੀਜ਼ ਹੋਇਆ ਤੇ ਫੋਰਨਰ ਇਨਵੈਸਟਰ ਹੌਲੀ ਹੌਲੀ ਇੰਡੀਆ ਦੇ ਵਿੱਚ ਆਉਣ ਲੱਗੇ। ਇੰਡੀਆ ਦੀ ਜਿਹੜੀ ਇਲੀਟਰੇਸੀ ਰੇਟ ਸੀਗੀ ਉਹ ਵੀ ਘਟਣ ਲੱਗ ਗਈ। ਤਾਂ ਹੁਣ ਕੀ ਆ ਇੰਡੀਆ ਜਿਹੜਾ ਵਾ ਉਹ ਵਰਲਡ ਦੇ ਵਿੱਚ ਇੱਕ ਪਾਵਰ ਤੇ ਬਿਗੇਸਟ ਇਕੋਨਮੀ ਦੇ ਨਾਮ ਦੇ ਨਾਲ ਹੁਣ ਪ੍ਰੈਜ਼ੈਂਟ ਹੋ ਰਿਹਾ ਵਾ। ਇੰਡੀਆ ਦੱਸਿਆ ਗਿਆ। ਇੰਡੀਆ ਨੂੰ ਕੀ ਆ ਰਿਪਬਲਿਕ ਕੰਟਰੀ ਵੀ ਕਿਹਾ ਜਾਂਦਾ ਵਾ। ਇੰਡੀਆ ਨੂੰ ਇੰਡਸ ਜਿਹੜੀ ਵੈਲੀ ਸੀਗੀ, ਯਾਨੀ ਕਿ ਇੰਡਸ ਮੈਂ ਤੁਹਾਨੂੰ ਦੱਸਿਆ ਵਾ ਜਿਹੜੀ ਸਿੰਧ ਰਿਵਰ ਸੀਗੀ ਉਹਨੂੰ, ਉਸ ਸਮੇਂ ਇਹਨੂੰ ਫਾਰਸੀਅਨ ਦੇ ਵਿੱਚ ਹਿੰਦੂ ਕਿਹਾ ਜਾਂਦਾ ਸੀਗਾ। ਤੇ 7th ਲਾਰਜੈਸਟ ਕੰਟਰੀ ਆ ਜੋਗ੍ਰਾਫੀ ਦੇ ਅਕੋਰਡਿੰਗ। ਉਹਦਾ ਏਰੀਆ ਵੀ ਦਿੱਤਾ ਹੋਇਆ ਕਿੰਨਾ ਵਾ 328,7,266, ਯਾਨੀ ਕਿ 32,83,263 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਵਾ ਉਹ ਇੰਡੀਆ ਦੇ ਹੱਕ ਦੇ ਵਿੱਚ ਆਇਆ ਵਾ। ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਟੌਪਿਕ ਆ ਵੀ ਜਿਹੜਾ ਇੰਡੀਆ ਸੀਗਾ ਉਹ ਸਾਊਥ ਦੇ ਵਿੱਚ ਕਿੱਥੇ ਤੱਕ ਐਕਸਟੈਂਡ ਕੀਤਾ? ਸਾਊਥ ਦੇ ਵਿੱਚ ਉਹ ਇੱਕ ਰੀਵਰ ਹੈ ਸਿਜੂਨ ਕੈਨਲ ਜਿਹੜੀ ਸੀਗੀ ਉਹਨੇ ਇੰਡੀਆ ਨੂੰ ਅਲੱਗ ਕੀਤਾ ਯੂਰਪ ਦੇ ਵਿੱਚੋਂ। ਉਸ ਤੋਂ ਬਾਅਦ ਜਿਹੜਾ ਇੰਡੀਆ ਸੀਗਾ ਉਹਨਾਂ ਨੇ ਜਿਹੜੇ ਏਸ਼ੀਅਨ ਕੰਟਰੀ ਸੀਗੀਆਂ, ਜਿਹੜੀਆਂ ਗ੍ਰੇਟ ਏਸ਼ੀਅਨ ਕੰਟਰੀ ਸੀਗੀਆਂ, ਉਹਨਾਂ ਨੇ ਆਪਣਾ ਇੱਕ ਸੰਮੇਲਨ ਬਣਾਇਆ ਜਿਹਦਾ ਨਾਮ ਕੀ ਰੱਖਿਆ ਗਿਆ? ਸਾਕ। ਉਹਦੀ ਫੁੱਲ ਫਾਰਮ ਕੀ ਸੀ ਇਹ ਯਾਦ ਰੱਖਣਾ ਵਾ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਰਪੋਰੇਸ਼ਨ। ਉਹ ਬਣਾਈਆਂ ਗਈਆਂ। ਇਹਦੇ ਵਿੱਚ ਜਿਹੜੀਆਂ 8 ਕੰਟਰੀਆਂ ਸੀਗੀਆਂ
ਉਹ ਇੱਕ ਦੂਸਰੇ ਨਾਲ ਜੁੜੀਆਂ ਅਤੇ ਉਹਨਾਂ ਨੇ ਇੱਕ ਦੂਸਰੇ ਦੀ ਕੋਆਪਰੇਸ਼ਨ ਕਰਨ ਦਾ ਫੈਸਲਾ ਕੀਤਾ। ਜਿਵੇਂ ਕਿ ਉਹਨਾਂ ਨੂੰ ਜੇਕਰ ਕੋਈ ਹੜ੍ਹ ਦੀ ਪ੍ਰੋਬਲਮ ਆਉਂਦੀ ਹੈ, ਜਿਵੇਂ ਹੁਣ ਚੱਲ ਰਿਹਾ ਕਰੋਨਾ ਵਾਇਰਸ, ਤਾਂ ਇੱਕ ਦੂਸਰੇ ਦੀ ਹੈਲਪ ਕਰ ਰਹੇ ਨੇ। ਜਿਵੇਂ ਇੰਡੀਆ ਨੇ ਨੇਪਾਲ ਦੀ ਹੈਲਪ ਕੀਤੀ, 25 ਟਨ ਜਿਹੜੀਆਂ ਮੈਡੀਸਨ ਸੀਗੀਆਂ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ, ਅਮਰੀਕਾ ਨੂੰ ਪ੍ਰੋਵਾਈਡ ਕਰਵਾਈਆਂ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਕਿ ਇੱਕ ਦੂਸਰੇ ਦੀ ਹੈਲਪ ਕਰਨਗੇ ਔਨ ਦੀ ਸਿਚੁਏਸ਼ਨ ਆਫ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ। ਕਿਹੜੀਆਂ 8 ਕੰਟਰੀਆਂ ਸੀ ਇਹ ਤੁਸੀਂ ਯਾਦ ਰੱਖਣੀਆਂ ਨੇ? ਮਾਲਦੀਵ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ ਤੇ ਇੰਡੀਆ। ਇਹ ਸਾਰੀਆਂ ਜਿਹੜੀਆਂ ਕੰਟਰੀ ਸੀਗੀਆਂ ਇਹਨਾਂ ਨੇ ਇੱਕ ਦੂਸਰੇ ਨਾਲ ਮਿਲ ਕੇ ਸਾਖ ਸੰਮੇਲਨ ਬਣਾਇਆ, ਜਿਹਦੇ ਵਿੱਚ ਉਹ ਇੱਕ ਦੂਸਰੇ ਦੇ ਨਾਲ ਆਪਣੀਆਂ ਸਟ੍ਰੈਟਜੀਜ਼ ਜਿਹੜੀਆਂ ਨੇ ਡਿਸਕਸ ਕਰਦੇ ਹੁੰਦੇ ਸੀ। ਬਾਅਦ ਵਿੱਚ ਫਿਰ ਤੁਹਾਡਾ ਜਿਹੜਾ ਇੰਡੀਆ ਵਾ ਉਹਦੀ ਲੋਕੇਸ਼ਨ ਦੱਸੀ ਗਈ, ਇੰਡੀਆ ਕਿਵੇਂ ਲੋਕੇਟ ਕਰ ਰਿਹਾ ਵਾ। ਤੁਹਾਨੂੰ ਪਤਾ ਐਨ ਦਾ ਮਤਲਬ ਕੀ ਹੋਏਗਾ? ਸਾਊਥ, ਨਾਰਥ ਸਾਈਡ। ਜਿਹੜਾ ਨਾਰਥ ਸਾਈਡ ਸੀਗਾ ਉਹ ਕਿੰਨਾ ਸੀਗਾ? 37.6 ਨਾਰਥ। ਅਤੇ ਜਿਹੜਾ ਈਸਟਰਨ ਸਾਊਥ ਸਾਈਡ ਹੈ, ਇੱਥੇ ਸੌਰੀ ਈ ਆ ਗਿਆ, ਇੱਥੇ ਸਾਊਥ ਸਾਈਡ ਆਉਣਾ ਸੀਗਾ, ਇੱਥੇ ਆਉਣਾ ਸੀ 8 and 4 ਡਿਗਰੀ ਸਾਊਥ ਦੇ ਵਿੱਚ। ਈਸਟ ਦੇ ਵਿੱਚ ਜਿਹੜਾ ਵਾ ਉਹ 97.25 ਅਤੇ ਵੈਸਟ ਦੇ ਵਿੱਚ ਕਿੰਨਾ ਵਾ? 68 ਅਤੇ 7 ਈਸਟ ਦੇ ਵਿੱਚ ਇਹ ਸਿਚੁਏਟਡ ਕਰ ਰਿਹਾ ਵਾ। ਇੰਡੀਆ ਦੇ ਜਿਹੜਾ ਨਾਰਥ ਹੈ, ਇੰਡੀਆ ਦੇ ਵਿੱਚ ਜਿਹੜਾ ਨਾਰਥ ਹੈ, ਨਾਰਥ ਪਾਰਟ ਦੇ ਵਿੱਚ ਕੀ ਆ? ਜੰਮੂ ਐਂਡ ਕਸ਼ਮੀਰ ਆ, ਯਾਦ ਰੱਖਣਾ, ਜੰਮੂ ਐਂਡ ਕਸ਼ਮੀਰ ਆ। ਅਤੇ ਜਿਹੜਾ ਸਾਡਾ ਸਾਊਥ ਪਾਰਟ ਆ, ਸਾਊਥ ਪਾਰਟ ਹੈ, ਸਾਊਥ ਪਾਰਟ ਦੇ ਵਿੱਚ ਕੀ ਆ? ਸਾਡਾ ਕੀ ਆ? ਕੰਨਿਆ ਕੁਮਾਰੀ। ਤਾਂ ਇੱਥੋਂ ਤੋਂ ਲੈ ਕੇ ਨਾਰਥ ਤੋਂ ਲੈ ਕੇ ਸਾਊਥ ਤੱਕ ਦਾ ਜਿਹੜਾ ਡਿਸਟੈਂਸ ਆ ਉਹ ਕਿੰਨਾ ਬਣਦਾ ਵਾ? 3284 ਕਿਲੋਮੀਟਰ ਪਰ ਸਕੁਅਰ। ਇਹ ਕਿਲੋਮੀਟਰ ਜਿਹੜਾ ਏਰੀਆ ਵਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਦਾ ਡਿਸਟੈਂਸ ਆ। ਅਤੇ ਇੱਥੇ ਤੁਹਾਨੂੰ ਇੱਕ ਹੋਰ ਗੱਲ ਤੁਹਾਨੂੰ ਸੁਣਨ ਨੂੰ ਮਿਲੇਗੀ ਵੀ ਜਿਹੜਾ ਇੰਡੀਆ ਦਾ ਸਭ ਤੋਂ ਵੱਡੀ ਜਿਹੜੀ ਟ੍ਰੇਨ ਦੀ ਲਾਈਨ ਆ ਉਹ ਵੀ ਇੱਥੋਂ ਹੀ ਚੱਲਦੀ ਆ। ਅਤੇ ਇਹ ਸਾਡਾ ਯਾਦ ਰੱਖਣਾ ਵਾ ਵੀ ਸਾਡਾ ਨਾਰਥ ਤੋਂ ਸਾਊਥ ਤੱਕ ਦਾ ਕਿੰਨਾ ਕਿਲੋਮੀਟਰ ਏਰੀਆ ਬਣਦਾ ਵਾ। ਅਤੇ ਜਿਹੜਾ ਸਾਡਾ ਈਸਟ ਟੂ ਵੈਸਟ ਸਾਈਡ ਆ ਉਹਦਾ ਕਿੰਨਾ ਵਾ? ਇੱਥੋਂ ਤੋਂ ਇੱਥੇ ਤੱਕ ਦਾ ਹੈਗਾ ਵਾ 2933 ਕਿਲੋਮੀਟਰ। ਇਹ ਸਾਡਾ ਜਿਹੜਾ ਇੱਥੇ ਤੱਕ ਦਾ ਡਿਸਟੈਂਸ ਆ 2933 ਕਿਲੋਮੀਟਰ ਜਿਹੜਾ ਵਾ ਸਾਡਾ ਉਹ ਡਿਸਟੈਂਸ ਇੱਧਰ ਬਣਦਾ ਵਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਨੈਕਸਟ ਹੈਗਾ ਵਾ ਵੀ ਜਿਹੜਾ ਇੰਡੀਆ ਦੀ ਸ਼ੇਪਸ ਦੇ ਅਕੋਰਡਿੰਗ ਤੁਹਾਨੂੰ ਦੱਸਿਆ ਸੀਗਾ ਵੀ ਇੰਡੀਆ ਦਾ ਏਰੀਆ ਕਿੰਨਾ ਵਾ? 32,87,263 ਸਕੁਅਰ ਕਿਲੋਮੀਟਰ ਹੈ ਟੋਟਲ ਏਰੀਆ ਜਿਹੜਾ ਵਰਲਡ ਦਾ ਵਾ। ਅਤੇ ਉਹਦਾ ਕਿੰਨਾ ਪਰਸੈਂਟ ਆ? 2.2% ਜਿਹੜਾ ਵਰਲਡ ਦਾ ਟੋਟਲ ਏਰੀਆ ਦੇ ਅਕੋਰਡਿੰਗ ਆ। ਅਤੇ ਇਹ ਕਿਹੜਾ ਵਾ? 7th ਲਾਰਜੈਸਟ ਕੰਟਰੀ ਆ, 7th ਲਾਰਜੈਸਟ ਕੰਟਰੀ ਆ ਅਕੋਰਡਿੰਗ ਟੂ ਏਰੀਆ ਦੇ। ਸਭ ਤੋਂ ਵੱਡੀ ਕੰਟਰੀ ਕਿਹੜੀ ਆ? ਰਸ਼ੀਆ, ਫਿਰ ਉਹ ਤੋਂ ਬਾਅਦ ਕੈਨੇਡਾ, ਫਿਰ ਚਾਈਨਾ, ਫਿਰ ਯੂਨਾਈਟਡ ਸਟੇਟ ਆਫ ਅਮਰੀਕਾ, ਫਿਰ ਬ੍ਰਾਜ਼ੀਲ, ਫਿਰ ਆਸਟ੍ਰੇਲੀਆ, ਫਿਰ ਉਹ ਤੋਂ ਬਾਅਦ ਜਿਹੜਾ ਕੰਟਰੀ ਦਾ ਨਾਮ ਆਉਂਦਾ ਉਹ ਕੀ ਆ? ਇੰਡੀਆ ਵਾ। ਅਤੇ ਜੇਕਰ ਰਸ਼ੀਆ ਦੇ ਅਕੋਰਡਿੰਗ, ਏਰੀਆ ਦੇ ਅਕੋਰਡਿੰਗ ਗਿਣਿਆ ਜਾਵੇ ਤਾਂ ਇੰਡੀਆ ਦਾ 1/7 ਪਾਰਟ ਆ ਉਹ ਰਸ਼ੀਆ ਦਾ। ਅਤੇ ਜਿਹੜਾ ਕੈਨੇਡਾ ਵਾ ਉਹਦਾ 1/3 ਪਾਰਟ ਆ ਉਹਦਾ ਏਰੀਆ ਜਿਹੜਾ ਇੰਡੀਆ ਕੋਲ ਹੈ। ਇੰਡੀਆ ਦਾ ਦੱਸਿਆ ਗਿਆ ਵੀ ਜਿਹੜਾ ਇੰਡੀਆ ਵਾ ਇੱਕ ਡਾਈਵਰਸਿਟੀ ਮਿਲਦੀਆਂ ਨੇ, ਜਾਣੀ ਕਿ ਇੰਡੀਅਨ ਲੈਂਡਸ ਦੇ ਉੱਤੇ ਭਿੰਨਤਾਵਾਂ ਬਹੁਤ ਮਿਲਦੀਆਂ ਨੇ। ਕਿਉਂ ਮਿਲਦੀਆਂ ਨੇ? ਕਿਉਂਕਿ ਇੰਡੀਆ ਦੇ ਵਿੱਚ 110 ਦੇ ਅਰਾਊਂਡ ਟੋਟਲ ਲੈਂਗੁਏਜ ਬੋਲੀਆਂ ਜਾਂਦੀਆਂ ਨੇ। ਇਹਦੇ ਵਿੱਚ 1000 ਤੋਂ ਜ਼ਿਆਦਾ ਲੈਂਗੁਏਜਿਸ ਦੇ ਵਿੱਚ ਵਰਾਇਟੀਜ਼ ਨੇ। ਅਤੇ ਜੇਕਰ ਅਸੀਂ ਗੱਲ ਕਰੀਏ ਵੀ ਸਾਡੇ ਇੰਡੀਆ ਦੇ ਵਿੱਚ ਜਿਹੜੀਆਂ ਲੈਂਗੁਏਜਿਸ ਨੇ ਜਿਹੜੀਆਂ ਆਮ ਤੌਰ 'ਤੇ ਜ਼ਿਆਦਾ ਬੋਲੀਆਂ ਜਾਂਦੀਆਂ ਨੇ, ਤਾਂ 23 ਜਿਹੜੀਆਂ ਲੈਂਗੁਏਜਿਸ ਨੇ ਜਿਹੜੇ ਕਿ 97% ਇੰਡੀਆ ਦੀ ਲੈਂਗੁਏਜ ਜਿਹੜੀ ਆ ਬੋਲੀ ਜਾਂਦੀ ਆ। 23 ਲੈਂਗੁਏਜਿਸ ਨੇ। ਅਤੇ ਜਿਹੜੀਆਂ ਕੌਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਅਪਰੂਵਲ ਮਿਲੀ ਹੋਈ ਆ ਲੈਂਗੁਏਜਿਸ ਨੂੰ, ਉਹ ਕਿੰਨੀਆਂ ਨੇ? 18 ਲੈਂਗੁਏਜ ਆ। ਸਾਡੀ ਪੰਜਾਬੀ ਵੀ ਉਹਦੇ ਵਿੱਚ ਇੱਕ ਹੈ। ਇਸ ਤੋਂ ਇਲਾਵਾ ਵੀ ਜਿਹੜਾ ਇੰਡੀਆ ਸੀਗਾ, ਜਦੋਂ ਇੰਡੀਆ ਇੰਡੀਪੈਂਡੈਂਸ ਤੋਂ ਪਹਿਲਾਂ ਕਿੰਨੀਆਂ ਸੀਗੀਆਂ? 562 ਜਿਹੜੀਆਂ ਸੀਗੀਆਂ ਸਮੌਲ ਪ੍ਰਿੰਸਿਸ ਸਟੇਟ ਸੀਗੀਆਂ। ਸਮੌਲ ਪ੍ਰਿੰਸਿਸ ਸਟੇਟ ਦਾ ਮਤਲਬ ਵੀ ਜਿਨ੍ਹਾਂ ਦੇ ਉੱਤੇ ਰਾਜਾਂ ਦਾ, ਜਾਣੀ ਕਿ ਰਾਜਿਆਂ ਦਾ ਅਧਿਕਾਰ ਸੀਗਾ ਉਹ ਸੀਗੇ। ਅਤੇ ਉਦੋਂ ਬਾਅਦ ਜਿਹੜੇ ਸੀਗੇ ਇਹਨਾਂ ਦੀਆਂ 8 ਬ੍ਰਿਟਿਸ਼ ਪ੍ਰੋਫੈਂਸਿਸ ਵੀ ਸੀਗੀਆਂ, ਜਾਣੀ ਕਿ ਜਿਹੜੇ ਬ੍ਰਿਟਿਸ਼ਰਸ ਨੇ ਆਪਣੇ ਅੰਡਰ ਲਏ ਹੋਏ ਸੀਗੇ। ਜਦੋਂ ਇੰਡੀਆ ਨੇ ਆਪਣੀ ਇੰਡੀਪੈਂਡੈਂਸ ਲਈ 15 ਅਗਸਤ 1947 ਨੂੰ, ਤਾਂ ਜਦੋਂ ਇਹ ਸਾਰੀਆਂ ਸਟੇਟਸ ਨੂੰ ਇਕੱਠਾ ਕੀਤਾ ਗਿਆ ਤਾਂ ਦੇਖਿਆ ਗਿਆ ਜਿਹੜੀਆਂ ਇਕੱਠੀਆਂ ਹੋਈਆਂ ਸੀਗੀਆਂ ਸਾਰੀਆਂ ਸਟੇਟਸ ਉਹ ਕਦੋਂ ਹੋਈਆਂ ਸੀਗੀਆਂ? 1953 ਦੇ ਵਿੱਚ। ਯਾਦ ਰੱਖਣਾ ਵਾ। ਤਾਂ ਉਸ ਸਮੇਂ ਸਾਡੀ ਕੰਟਰੀ ਦੇ ਵਿੱਚ ਕਿੰਨੀਆਂ ਸੀਗੀਆਂ? 14 ਸਟੇਟਸ ਸੀਗੀਆਂ ਅਤੇ 6 ਯੂਨੀਅਨ ਟੈਰੀਟਰੀਜ਼ ਸੀਗੀਆਂ। ਉਸ ਸਮੇਂ 14 ਜਿਹੜੀਆਂ ਸਟੇਟਸ ਬਣੀਆਂ ਅਤੇ 6 ਯੂਨੀਅਨ ਟੈਰੀਟਰੀਜ਼ ਬਣੀਆਂ, ਜਿਹੜੀਆਂ ਬਾਅਦ ਵਿੱਚ ਜਿਹੜੀਆਂ ਹੁਣ ਦੇ ਟਾਈਮ ਦੇ ਵਿੱਚ ਕਿੰਨੀਆਂ ਨੇ? 28 ਜਿਹੜੀਆਂ ਨੇ ਉਹ ਸਟੇਟਸ ਨੇ ਅਤੇ 9 ਯੂਨੀਅਨ ਟੈਰੀਟਰੀਜ਼ ਨੇ। ਆਹ ਕੀ ਨੇ? ਸਟੇਟਸ ਨੇ 29
28 ਪਹਿਲਾਂ 29 ਸੀਗੀਆਂ। ਇਹ ਵੀ ਯਾਦ ਰੱਖਣਾ ਵਾ ਤੁਸੀਂ, ਅੱਜ ਦੇ ਕਰੰਟ ਟਾਈਮ ਦੇ ਵਿੱਚ ਜਿਹੜੀਆਂ ਸਾਡੀਆਂ ਸਟੇਟਸ ਕਿੰਨੀਆਂ ਨੇ, 29 ਨੇ। ਕਿਹੜੀ ਸਟੇਟ ਇੱਕ ਘਟ ਗਈ, ਕਿਹੜੀ ਆ, JK, ਜੰਮੂ ਐਂਡ ਕਸ਼ਮੀਰ ਘਟ ਗਈ। ਤੇ 2 ਯੂਨੀਅਨ ਟੈਰੇਟਰੀਜ਼, 2 ਨਵੀਆਂ ਯੂਨੀਅਨ ਟੈਰੇਟਰੀਜ਼ ਐਡ ਹੋਈਆਂ। ਕਿਹੜੀਆਂ ਨੇ, ਇੱਕ ਲੇਹ ਲਦਾਖ ਆ ਤੇ ਇੱਕ ਹੋਰ ਕਿਹੜੀ ਆ, ਕਸ਼ਮੀਰ। ਕਸ਼ਮੀਰ ਨੂੰ ਵੀ ਉਹਨਾਂ ਨੇ ਯੂਨੀਅਨ ਟੈਰੇਟਰੀਜ਼ ਬਣਾ ਦਿੱਤਾ ਤੇ ਉਹ ਹੁਣ ਇੰਡੀਆ ਦਾ ਪਾਰਟ ਬਣ ਚੁੱਕੀ ਹੈ। ਪਹਿਲਾਂ ਉਹ ਇੰਡੀਆ ਦਾ ਪਾਰਟ ਨਹੀਂ ਸੀ, ਯਾਨੀ ਕਿ ਇੰਡੀਆ ਦੇ ਕੌਨਸਟੀਟਿਊਸ਼ਨ ਉੱਥੇ ਨਹੀਂ ਇਹ ਐਪਲੀਕੇਬਲ ਹੁੰਦਾ ਸੀ, ਪਰ ਪਿਛਲੇ ਸਾਲ ਤੋਂ ਜਿਹੜਾ ਇਹ ਆ ਕਸ਼ਮੀਰ ਆ ਉਹ ਵੀ ਇੰਡੀਆ ਦਾ ਇੱਕ ਪਾਰਟ ਬਣ ਚੁੱਕਿਆ ਵਾ। ਇਸ ਤੋਂ ਇਲਾਵਾ ਇੱਕ ਹੋਰ ਇੰਪੋਰਟੈਂਟ ਗੱਲ ਯਾਦ ਰੱਖਣ ਦੀ ਲੋੜ ਆ ਵੀ ਜਦੋਂ ਪੰਜਾਬ ਨੂੰ ਰੀਕਨਸਟਰਕਸ਼ਨ ਕੀਤਾ ਗਿਆ, ਰੀਕਨਸਟਰਕਸ਼ਨ ਦਾ ਮਤਲਬ ਵੀ ਜਿਹੜੀਆਂ ਦੁਬਾਰ ਤੋਂ ਸਟੇਟਸ ਬਣੀਆਂ, ਤਾਂ ਉਹਨਾਂ ਦੇ ਵਿੱਚ ਕੀ ਬਣਿਆ ਵੀ ਜਿਹੜਾ ਪੰਜਾਬ ਸੀਗਾ ਉਹਨੂੰ ਉਹਦੀ ਲੈਂਗੁਏਜਸ ਦੇ ਅਕੋਰਡਿੰਗ ਉਹਨੂੰ ਇੱਕ ਅਲੱਗ ਤੋਂ ਸਟੇਟ ਦਾ ਦਰਜਾ ਮਿਲਿਆ। ਕਦੋਂ ਮਿਲਿਆ, 1 ਨਵੰਬਰ 1966 ਦੇ ਵਿੱਚ। ਵੀ ਜਿਹੜਾ ਪੰਜਾਬ ਨੂੰ ਆ 1 ਨਵੰਬਰ 1966 ਦੇ ਵਿੱਚ ਸ਼ਾਹ ਕਮਿਸ਼ਨ ਸੀਗੀ, ਜਿਹਨੇ ਕਿ ਪੰਜਾਬ ਨੂੰ ਉਹਦੀ ਲੈਂਗੁਏਜ ਦੇ ਅਕੋਰਡਿੰਗ ਉਹਨੂੰ ਅਲੱਗ ਤੋਂ ਇੱਕ ਸਟੇਟ ਬਣਾਇਆ ਗਿਆ। ਹੁਣ ਪ੍ਰੈਜ਼ੈਂਟ ਦੇ ਵਿੱਚ ਜਿਹੜੀਆਂ 29 ਸਟੇਟ ਨੇ ਤੇ ਯੂਨੀਅਨ ਟੈਰੇਟਰੀਜ਼ ਕਿੰਨੀਆਂ ਨੇ, 9 ਯੂਨੀਅਨ ਟੈਰੇਟਰੀਜ਼ ਨੇ, ਉਹ ਤੁਸੀਂ ਯਾਦ ਰੱਖਣੀਆਂ ਨੇ। ਆ ਤੁਹਾਨੂੰ ਸਾਰਾ ਇੰਡੀਆ ਦਾ ਪਾਰਟਸ ਦੱਸਿਆ ਗਿਆ। ਇਸ ਤੋਂ ਇਲਾਵਾ ਵੀ ਇੰਡੀਆ ਦਾ ਜਿਹੜਾ ਸੈਕਿੰਡ ਰੈਂਕ ਆ ਜਿਹੜਾ ਪਾਪੂਲੇਸ਼ਨ ਦੇ ਅਕੋਰਡਿੰਗ ਆ, ਤੇ ਇੰਡੀਆ ਦੀ ਜਿਹੜੀ ਸੈਂਸਿਸ ਸੀਗੀ, ਯਾਨੀ ਕਿ ਤੁਹਾਨੂੰ ਪਤਾ 10 ਸਾਲ ਬਾਅਦ ਸੈਂਸਿਸ ਹੁੰਦੇ ਆ। ਹੁਣ ਯਾਨੀ ਕਿ 2021 ਦੇ ਵਿੱਚ ਜਿਹੜਾ ਵਾ ਸੈਂਸਿਸ ਹੋਣਾ ਵਾ, ਯਾਨੀ ਕਿ ਜਨਗਣਨਾ ਹੋਏਗੀ। ਇੰਡੀਆ ਦੀ ਜਿਹੜੀ ਪਾਪੂਲੇਸ਼ਨ ਸੀਗੀ ਉਸ ਸਮੇਂ ਕਿੰਨੀ ਸੀ, 121.1 ਕਰੋੜ ਜਿਹੜੇ ਸੀਗੇ ਇੰਡੀਅਨ ਸੀਗੇ। ਤੇ ਇਹਨਾਂ ਵਿੱਚ ਮੇਲ ਫੀਮੇਲ ਇੰਨਾ ਡੀਪਲੀ ਜਾਣ ਦੀ ਲੋੜ ਨਹੀਂ ਸਾਨੂੰ। ਤੇ ਇੰਡੀਆ ਦੀ ਜਿਹੜੀ ਹੁਣ ਗਰੋਥ ਆ ਉਹ ਬੜੀ ਫਾਸਟਲੀ ਇਨਕਰੀਜ਼ ਹੋ ਰਹੀ ਆ, ਤਾਂ ਇਹ ਕੀ ਆ, ਹੁਣ ਲੱਗਦਾ ਚਾਈਨਾ ਨੂੰ ਵੀ ਪਿੱਛੇ ਛੱਡ ਦੇਗਾ। ਜਦੋਂ ਸਾਡੀ ਪਾਪੂਲੇਸ਼ਨ ਅਰਾਈਜ਼ ਹੋਈ ਤਾਂ ਪਾਪੂਲੇਸ਼ਨ ਦੇ ਨਾਲ ਸਾਨੂੰ ਕਿਹੜੀਆਂ ਪ੍ਰੋਬਲਮਾਂ ਫੇਸ ਆਊਟ ਕਰਨੀਆਂ ਪਈਆਂ, ਹਿਊਜ ਐਕਸਪੈਂਸ, ਵੀ ਸਾਡੇ ਖਰਚੇ ਬਹੁਤ ਵੱਧ ਗਏ ਕੰਟਰੀਜ਼ ਦੇ। ਕਿਉਂਕਿ ਹੁਣ ਪਾਪੂਲੇਸ਼ਨ ਜ਼ਿਆਦਾ ਹੋ ਗਈ ਤਾਂ ਉਹਨਾਂ ਨੂੰ ਡਿਸਟਰੀਬਿਊਸ਼ਨ ਕਰਨੀਆਂ ਪੈਂਦੀਆਂ ਨੇ, ਉਹਨਾਂ ਨੂੰ ਫੂਡ ਸਪਲਾਈ, ਹਿਊਮਨ ਰਿਸੋਰਸ ਨੂੰ ਮੈਨੇਜਮੈਂਟ, ਤਾਂ ਇਸ ਕਰਕੇ ਸਾਡਾ ਖਰਚਾ ਵੀ ਵੱਧਦਾ ਜਾ ਰਿਹਾ। ਰਿਲੀਫ ਸਾਨੂੰ ਕੀ ਆ, ਥੋੜ੍ਹਾ ਜਿਹਾ ਰਿਲੀਫ ਮਿਲ ਰਿਹਾ ਵੀ ਜਿਹੜੇ ਪੁਰਾਣੇ ਜਿਹੜੇ ਪਰਬਤ ਸੀਗੇ ਉਹ ਸਾਨੂੰ ਹੈਲਪ ਕਰਦੇ ਆ ਇੰਡੀਆ ਨੂੰ, ਜਿਹੜੇ ਕਿ ਇੱਕ ਫਰਟਾਈਲ ਲੈਂਡਸ ਬਣਾਉਣ ਦੇ ਵਿੱਚ, ਅਤੇ ਦੂਜਾ ਕੀ ਆ ਬਾਰਿਸ਼ ਕਰਵਾਉਣ ਦੇ ਵਿੱਚ ਇਹ ਹੈਲਪ ਕਰਦੇ ਨੇ, ਅਤੇ ਇਹਨਾਂ ਤੋਂ ਸਾਨੂੰ ਕਈ ਮਿਨਰਲਸ ਮਿਲ ਜਾਂਦੇ ਆ, ਤਾਂ ਇਸ ਤਰੀਕੇ ਨਾਲ ਥੋੜ੍ਹਾ ਜਿਹਾ ਰਿਲੀਫ ਵੀ ਮਿਲ ਜਾਂਦਾ। ਕਲਾਈਮੇਟ ਵੀ ਜਿਹੜਾ ਸਾਡਾ ਕਲਾਈਮੇਟ ਆ ਉਹ ਵੀ ਕਾਫੀ ਵੇਰੀਏਸ਼ਨ ਮਿਲਦੀ ਆ। ਕਿਉਂ ਮਿਲਦੀ ਆ, ਕਿਉਂਕਿ ਇੰਡੀਆ ਦੇ ਵਿੱਚੋਂ ਟੌਪਿਕ ਆਫ ਕੈਂਸਰ ਨਿਕਲਦੀ ਆ। ਹੁਣ ਟੌਪਿਕ ਆਫ ਕੈਂਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹਦੇ ਵਿੱਚੋਂ ਨਿਕਲਦੀ ਆ, ਜ਼ਿਆਦਾਤਰ ਮੱਧ ਪ੍ਰਦੇਸ਼ ਦਾ ਏਰੀਆ ਜਿਹੜਾ ਵਾ, MP ਆ ਜਿਹੜਾ, ਉਹ ਟੌਪਿਕ ਆਫ ਕੈਂਸਰ ਦੇ ਵਿੱਚ ਆਉਂਦਾ ਵਾ, ਕਿਉਂਕਿ ਇਹ ਇੰਡੀਆ ਨੂੰ 2 ਸੈਂਟਰ ਪਾਰਟਸ ਦੇ ਵਿੱਚ ਵੰਡ ਕਰ ਦਿੰਦਾ। ਅਤੇ ਇਸੇ ਤਰੀਕੇ ਨਾਲ ਅਸੀਂ ਜਿਹੜਾ ਇੰਡੀਆ ਨੂੰ ਨਾਰਥ ਅਤੇ ਸਾਊਥ ਪਾਰਟ ਦੇ ਵਿੱਚ ਵੰਡਿਆ ਵਾ, ਕਿਉਂਕਿ ਟੌਪਿਕ ਆਫ ਕੈਂਸਰ ਕਰਕੇ ਜਿੱਥੋਂ ਟੌਪਿਕ ਆਫ ਕੈਂਸਰ ਦਾ ਵਬ ਏਰੀਆ ਵਾ ਉਹ ਕੀ ਆ, ਨਾਰਥ ਆ, ਅਤੇ ਜਿਹੜਾ ਉਹਦਾ ਬਿਲੋ ਏਰੀਆ ਵਾ ਉਹ ਕੀ ਆ, ਸਾਊਥ ਆ। ਤਾਂ ਇਸ ਤਰੀਕੇ ਨਾਲ ਇਹ ਵੰਡਿਆ ਵੀ ਗਿਆ। ਅਤੇ ਇਸ ਤਰੀਕੇ ਨਾਲ ਜਿਹੜਾ ਸਾਡਾ ਕਲਾਈਮੇਟ ਦੇ ਵਿੱਚ ਵੇਰੀਏਸ਼ਨ ਵੀ ਆਉਂਦਾ ਵਾ, ਕਿਉਂਕਿ ਜਿਹੜਾ ਸੈਂਟਰ ਦੇ ਵਿੱਚ ਹੋਏਗਾ ਉੱਥੇ ਕੀ ਆ, ਟੈਂਪਰੇਚਰ ਹਾਈ ਰਹਿੰਦਾ ਵਾ, ਬਟ ਜ਼ਿਆਦਾ ਹਾਈ ਹੋਣ 'ਤੇ ਉੱਥੇ ਬਾਰਿਸ਼ ਵੀ ਹੋ ਜਾਂਦੀ ਹੈ, ਯਾਨੀ ਕਿ ਟੈਂਪਰੇਚਰ ਜਿਹੜਾ ਵਾ ਉਹ 40 ਜਾਂ 30 to 40 ਦੇ ਵਿੱਚ ਵੇਰੀ ਕਰਦਾ ਵਾ। ਅਤੇ ਜਿਹੜੇ ਉਹ ਤੋਂ ਅੱਗੇ ਪਿੱਛੇ ਨੇ ਉਹਨਾਂ ਦੇ ਉਸ ਤਰੀਕੇ ਨਾਲ ਇਹਦੇ ਵਿੱਚ ਵੇਰੀਏਸ਼ਨਸ ਮਿਲਦੀਆਂ ਨੇ। ਨੈਕਸਟ ਗੱਲ ਕਰੀਏ, ਅਤੇ ਇਹ ਤੋਂ ਬਾਅਦ ਜਿਵੇਂ ਸਾਡਾ ਕਲਚਰ ਹੈ ਇੰਡੀਆ ਦਾ ਜਿਹੜਾ ਕਲਚਰ ਆ ਉਹ ਵੀ ਕਾਫੀ ਡਿਫਰੈਂਟ ਹੈ, ਕਿਉਂਕਿ ਇੱਥੇ ਕਈ ਤਰ੍ਹਾਂ ਦੇ, ਜਿਵੇਂ ਸਾਡਾ ਪੰਜਾਬ ਹੀ ਲਗਾ ਲਓ, ਪੰਜਾਬ ਅਤੇ ਹਰਿਆਣਾ ਦੇ ਵਿੱਚ ਕਾਫੀ ਡਿਫਰੈਂਸਿਸ ਨੇ, ਪਰ ਇਹ ਸਿਮਿਲੈਰਿਟੀਜ਼ ਵੀ ਨੇ। ਕਿਉਂਕਿ ਜਿਹੜੇ ਹਰਿਆਣਾ ਅਤੇ ਪੰਜਾਬ ਸੀਗੀਆਂ, H ਅਤੇ P, ਪੰਜਾਬ ਅਤੇ ਹਰਿਆਣਾ ਜਿਹੜੇ ਸੀਗੇ, ਇੱਕ ਜਿਹੜਾ ਹਰਿਆਣਾ ਉਹ ਪੰਜਾਬ ਦੇ ਵਿੱਚੋਂ ਨਿਕਲਿਆ, ਪਰ ਇਹਨਾਂ ਦੇ ਕਲਚਰ ਦੇ ਵਿੱਚ ਫਿਰ ਵੀ ਥੋੜ੍ਹੇ ਡੈਵੀਏਸ਼ਨਸ ਮਿਲਦੇ ਆ, ਜਿਵੇਂ ਕਿ ਉਹਨਾਂ ਦੇ ਡਰੈਸਿਸ ਦਾ, ਖਾਣ ਪੀਣ ਦਾ, ਅਤੇ ਜਿਹੜੀਆਂ ਲੈਂਗੁਏਜ ਆ ਉਹਦੇ ਵਿੱਚ ਵੀ ਕਾਫੀ ਵੇਰੀਏਸ਼ਨਸ ਨੇ। ਅਤੇ ਜਿਹੜਾ ਪੰਜਾਬ ਆ ਉਹਦੇ ਵਿੱਚ ਵੀ ਜ਼ਿਆਦਾ ਵੇਰੀਏਸ਼ਨ ਨੇ। ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਕਲਚਰ ਦੇ ਅਕੋਰਡਿੰਗ ਵੀ ਇੰਡੀਆ ਨੂੰ ਕਾਫੀ ਡਿਫਰੈਂਟ ਵੰਡਿਆ ਜਾ ਸਕਦਾ। ਇਸ ਚੀਜ਼ਾਂ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਚੀਜ਼ ਦੱਸਾਂਗਾ ਵੀ ਜਿਹੜਾ ਇੰਡੀਆ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪਾਪੂਲੇਟਡ ਸਟੇਟ ਆ ਉਹ ਕਿਹੜੀ ਆ, UP ਆ। UP ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਟਡ ਸਟੇਟ ਮੰਨੀ ਜਾਂਦੀ ਆ। ਅਤੇ ਏਰੀਆ ਦੇ ਅਕੋਰਡਿੰਗ ਸਭ ਤੋਂ ਵੱਡਾ ਜਿਹੜੀ ਸਟੇਟ ਆ ਉਹ ਤੁਹਾਨੂੰ ਮੈਨੂੰ ਲੱਗਦਾ ਪਤਾ ਹੀ ਹੋਏਗਾ ਕੌਣ ਹੈ, ਰਾਜਸਥਾਨ ਹੈ। ਰਾਜਸਥਾਨ ਜਿਹੜੀ ਆ ਉਹ ਇੰਡੀਆ ਦੀ ਸਭ ਤੋਂ ਵੱਡੀ ਏਰੀਆ ਦੇ ਅਕੋਰਡਿੰਗ ਸਭ ਤੋਂ ਵੱਡੀ ਸਟੇਟ ਹੈ। ਅਤੇ ਸਮੋਲੈਸਟ ਏਰੀਆ ਦੇ ਅਕੋਰਡਿੰਗ ਵੀ ਏਰੀਆ ਦੇ ਵਿੱਚੋਂ ਸਭ ਤੋਂ ਘੱਟ ਏਰੀਆ ਕਿਹਦੇ ਕੋਲ ਆ, ਗੋਆ ਕੋਲ ਹੈ। ਇਹ ਵੀ ਮੈਨੂੰ ਲੱਗਦਾ ਤੁਹਾਨੂੰ ਪਤਾ ਹੀ ਹੋਏਗਾ, ਕੋਸਟਲ ਏਰੀਆ ਦੇ ਵਿੱਚ ਪੈਂਦੀ ਆ। ਅਤੇ ਦੂਸਰਾ ਕੀ ਆ, ਸਿੱਕਿਮ, ਸਭ ਤੋਂ ਘੱਟ ਜਿਹੜੀ ਪਾਪੂਲੇਟਡ ਸਟੇਟ ਆ ਉਹ ਕਿਹੜੀ ਆ, ਸਿੱਕਿਮ ਆ, ਜਿੱਥੇ ਬਹੁਤ ਘੱਟ ਪਾਪੂਲੇਸ਼ਨ ਮਿਲਦੀ ਆ। ਅਤੇ ਜੇਕਰ ਐਜੂਕੇਸ਼ਨ ਦੇ ਅਕੋਰਡਿੰਗ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਸਭ ਤੋਂ ਜ਼ਿਆਦਾ ਐਜੂਕੇਟਡ ਜਿਹੜੀ ਸਟੇਟ ਆ ਉਹ ਕਿਹੜੀ ਆ, ਕੇਰਲਾ ਵਾ। ਅਤੇ ਜਿੱਥੇ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਨੇ ਉਹ ਕਿਹੜੇ ਨੇ, ਬਿਹਾਰ। ਇਹ ਯਾਦ ਰੱਖਣੀ ਆ ਵੀ ਸਭ ਤੋਂ ਘੱਟ ਪਾਪੂਲੇਟਡ ਸਟੇਟ ਕਿਹੜੀ ਆ, ਬਿਹਾਰ ਹੈ।
ਇਸ ਤੋਂ ਇਲਾਵਾ ਗੱਲ ਕਰੀਏ ਵੀ ਯੂਨਿਟੀ ਆਫ ਡਾਇਵਰਸਿਟੀ, ਵੀ ਡਾਇਵਰਸਿਟੀ ਕਿਸ ਤਰੀਕੇ ਨਾਲ ਆਉਂਦੀ ਹੈ। ਪਹਿਲਾ ਹੈਗਾ ਮੌਨਸੂਨ ਸੀਜ਼ਨ, ਵੀ ਜਿਹੜਾ ਸਾਡਾ ਮੌਨਸੂਨ ਸੀਜ਼ਨ ਆ ਵੀ ਉਹਦੇ ਵਿੱਚ ਵੀ ਕਾਫੀ ਡੇਵੀਏਸ਼ਨ ਆ, ਵੀ ਜਿੱਥੇ ਟੌਪਿਕ ਆਫ ਕੈਂਸਰ ਹੋਏਗੀ ਉੱਥੇ ਮੌਨਸੂਨ ਬਹੁਤ ਰੀਅਰ ਆਉਂਦਾ ਵਾ, ਅਤੇ ਜਿਹੜਾ ਸਾਊਥਰਨ ਸਾਈਡ ਹੁੰਦਾ ਵਾ ਉਹ ਜਦੋਂ ਸਾਡੇ ਨਾਰਥ ਦੇ ਵਿੱਚ ਸਰਦੀਆਂ ਚੱਲਦੀਆਂ ਤਾਂ ਉੱਥੇ ਉਦੋਂ ਟਾਈਮ ਬਾਰਿਸ਼ ਹੁੰਦੀ ਆ, ਤਾਂ ਇਹ ਦੱਸਦੀਆਂ ਨੇ। ਰਿਲੀਜਨ ਐਂਡ ਕਲਚਰ, ਹੁਣ ਜਿਹੜਾ ਸਾਡਾ ਧਰਮ ਆ ਅਤੇ ਸਾਡੇ ਸੱਭਿਆਚਾਰ ਨੇ ਉਹ ਕਾਫੀ ਡਿਫਰੈਂਟ ਨੇ। ਹੁਣ ਜਿਵੇਂ ਕਿ ਇਹਨਾਂ ਵਿੱਚ ਪੁਆਇੰਟ ਬਣਾਏ ਗਏ ਨੇ, ਜਿਵੇਂ ਕਿ ਰਿਲੀਜੀਅਸ ਪਲੇਸਿਸ, ਸਾਡੀਆਂ ਹੁਣ ਰਿਲੀਜੀਅਸ ਪਲੇਸਿਸ ਡਿਫਰੈਂਟ ਨੇ। ਜਿਵੇਂ ਸਿੱਖ ਨੇ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ, ਅਤੇ ਜਿਹੜੇ ਹਿੰਦੂਜ਼ ਨੇ ਉਹ ਮੰਦਰਸ ਦੇ ਵਿੱਚ ਜਾਂਦੇ ਆ, ਅਤੇ ਜਿਹੜੇ ਮੁਸਲਿਮ ਨੇ ਉਹ ਕੀ ਆ ਮੌਕਸ ਦੇ ਵਿੱਚ, ਯਾਨੀ ਕਿ ਕਹਿ ਦਿਓ ਵੀ ਉਹਨਾਂ ਵਿੱਚ ਜਾਂਦੇ ਆ, ਮਸੀਤ ਦੇ ਵਿੱਚ ਜਾਂਦੇ ਆ, ਅਤੇ ਜਿਹੜੇ ਕ੍ਰਿਸਚਨਸ ਨੇ ਉਹ ਚਰਚ ਦੇ ਵਿੱਚ ਜਾਂਦੇ ਆ। ਤਾਂ ਇਸ ਤਰੀਕੇ ਨਾਲ ਅਤੇ ਰਿਲੀਜੀਅਸ ਸੰਤ ਵੀ ਜਿਹੜੇ ਸਾਡੇ ਸੰਤ ਨੇ ਉਹ ਵੀ ਸਾਰਿਆਂ ਡਿਫਰੈਂਟ ਨੇ। ਲੈਂਗੁਏਜਸ ਅਤੇ ਆਰਟ, ਸਾਡੇ ਜਿਹੜਾ ਕਲਚਰ ਵਾਲਾ ਅਤੇ ਦੂਜਾ ਲੈਂਗੁਏਜ ਆ ਉਹ ਵੀ ਸਾਡੀ ਕਾਫੀ ਡਿਫਰੈਂਟ ਹੈਗੀ ਆ। ਮੀਨਸ ਆਫ ਟਰਾਂਸਪੋਰਟੇਸ਼ਨ ਐਂਡ ਕਮਿਊਨੀਕੇਸ਼ਨ, ਹੁਣ ਸਾਡੇ ਕਮਿਊਨੀਕੇਸ਼ਨ ਅਤੇ ਟਰਾਂਸਪੋਰਟੇਸ਼ਨ ਦੇ ਰਿਸੋਰਸਿਸ ਵੀ ਡਿਫਰੈਂਟ ਨੇ। ਮਾਈਗ੍ਰੇਸ਼ਨ, ਵੀ ਜਿਹੜੀਆਂ ਕੰਟਰੀ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਪੀਪਲ ਜਾਂਦੇ ਰਹਿੰਦੇ ਆ ਆਪਣੇ ਜਿਹੜੇ ਉਹ ਖਾਣ ਪੀਣ ਦੇ ਲਈ ਜਾਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ। ਜਿਵੇਂ ਸਾਡੇ ਪੰਜਾਬ ਦੇ ਵਿੱਚ ਤਾਂ ਟਰੈਂਡ ਹੀ ਹੈ ਕਾਹਦਾ ਵਾ, ਕੈਨੇਡਾ ਜਾਣ ਦਾ, ਤਾਂ ਇਹ ਵੀ ਇੱਕ ਕੀ ਆ ਮਾਈਗ੍ਰੇਸ਼ਨ ਦਾ ਇੱਕ ਪਾਰਟ ਹੈ। ਆਈ ਹੋਪ ਤੁਹਾਨੂੰ ਇਹ ਪੂਰਾ ਚੈਪਟਰ ਪ੍ਰੋਪਰ ਸਮਝ ਆਇਆ ਹੋਵੇਗਾ। ਹੁਣ ਇਸ ਤੋਂ ਬਾਅਦ ਮੈਂ ਜਿਹੜਾ ਇਹ ਚੈਪਟਰ ਦੇ ਹੁਣ ਮੈਂ ਤੁਹਾਨੂੰ ਕੀ ਆ 10 ਕੁਐਸਚਨ ਪੁੱਛਾਂਗਾ, ਜਿਹੜੇ ਕਿ ਤੁਸੀਂ ਮੇਰੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਇਹਨਾਂ ਦੇ ਆਨਸਰ ਦੇਣੇ। ਅਤੇ ਜੇਕਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆਏਗੀ ਤਾਂ ਮੈਨੂੰ ਨੈਕਸਟ ਵੀਡੀਓ ਦੇ ਵਿੱਚ ਮੈਂ ਇਹਦੇ ਆਨਸਰ ਜ਼ਰੂਰ ਪਾਵਾਂਗਾ, ਤੁਸੀਂ ਇਹਨੂੰ ਟੈਲੀ ਕਰ ਲੈਣਾ ਵਾ। ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਫੇਸ ਆਊਟ ਹੋਏਗੀ ਤਾਂ ਮੈਨੂੰ ਦੱਸ ਦੇਣਾ ਵਾ। ਇਹ 10 ਕੁਐਸਚਨ ਇਹਨਾਂ ਨੂੰ ਪੜ੍ਹ ਲੈਣਾ। ਮੈਂ ਫਿਰ ਵੀ ਇੱਕ ਵਾਰ ਰਿਪੀਟ ਕਰਕੇ ਦੱਸ ਦੇਣਾ। ਵਿਚ ਇਜ਼ ਦ ਟੂ ਪਾਰਟਸ ਆਫ ਦੀ ਇੰਡੀਆ ਡਿਵਾਈਡਡ ਇਨ ਦੀ ਵਿਊ ਆਫ ਐਡਮਿਨਿਸਟ੍ਰੇਸ਼ਨ ਦੇ ਅਕੋਰਡਿੰਗ ਇੰਡੀਆ ਨੂੰ ਕਿਹੜੇ ਦੋ ਪਾਰਟਸ ਦੇ ਵਿੱਚ ਵੰਡਿਆ ਗਿਆ ਵਾ। ਹਾਊ ਮੈਨੀ ਸਟੇਟਸ ਐਂਡ ਯੂਨਿਟ ਟੈਰੀਟਰੀਜ਼ ਆਰ ਦੇਅਰ ਇਨ ਇੰਡੀਆ, ਹੁਣ ਇੰਡੀਆ ਦੇ ਵਿੱਚ ਤੁਸੀਂ ਕਰੰਟ ਦੇ ਵਿੱਚ ਦੱਸਣਾ ਵੀ ਕਿੰਨੀਆਂ ਸਟੇਟ ਤੇ ਯੂਨਿਟ ਟੈਰੀਟਰੀਜ਼ ਨੇ। ਇਨ ਵਿਚ ਆਫ ਦੀ ਕੰਟੀਨੈਂਟ ਇੰਡੀਆ ਇਜ਼ ਸਿਚੁਏਟਡ, ਹਾਊ ਮਚ ਆਫ ਦੀ ਪਰਸੈਂਟੇਜ ਆਫ ਏਰੀਆ ਇਜ਼ ਕਵਰਡ ਬਾਈ ਦੀ ਇੰਡੀਆ, ਹੁਣ ਦੱਸਣਾ ਵਾ ਵੀ ਤੁਸੀਂ ਵੀ ਕਿਹੜੇ ਕੰਟੀਨੈਂਟ ਦੇ ਵਿੱਚ ਇੰਡੀਆ ਰਹਿੰਦਾ ਵਾ ਅਤੇ ਇਹਦੀ ਕਿੰਨੀ ਪਰਸੈਂਟੇਜ ਆ ਲੈਂਡ ਦੀ ਜਿਹੜੀ ਕਵਰ ਕਰਦੀ ਆ। ਫੁੱਲ ਫਾਰਮ ਆਫ ਸਾਕ ਦੀ ਤੁਸੀਂ ਫੁੱਲ ਫਾਰਮ ਦੱਸਣੀ ਆ। ਅਤੇ ਵਟ ਏਰੀਆ ਅਕੋਰਡਿੰਗ ਟੂ ਦੀ ਵਿਚ ਦੀ ਕੰਟਰੀ ਇਜ਼ ਦਾ ਫਸਟ ਪੋਜੀਸ਼ਨ ਕਿਹਦੀ ਹੈ, ਕਿਹੜੀ ਕੰਟਰੀਜ਼ ਦੀ ਆ ਉਹ ਵੀ ਦੱਸਣਾ ਤੁਸੀਂ। ਵਿਚ ਇਜ਼ ਦੀ ਸਮੋਲੈਸਟ ਸਟੇਟ ਆਫ ਦੀ ਇੰਡੀਆ ਦੀ ਸਭ ਤੋਂ ਛੋਟੀ ਸਟੇਟ ਕਿਹੜੀ ਆ। ਨੇਮ ਆਫ ਦੀ ਫਾਰਮੇਸ਼ਨ ਆਫ ਦੀ ਬਾਊਂਡਰੀ ਬਿਟਵੀਨ ਦੀ ਚਾਈਨਾ ਐਂਡ ਇੰਡੀਆ ਦੇ ਵਿੱਚ ਜਿਹੜੀ ਬਾਊਂਡਰੀ ਬਣਦੀ ਹੈ ਚਾਈਨਾ ਅਤੇ ਇੰਡੀਆ ਦੀ, ਤਾਂ ਉਹਦਾ ਨਾਮ ਕੀ ਹੈ। ਵਿਚ ਸਟੇਟ ਆਫ ਦੀ ਇੰਡੀਆ ਇਜ਼ ਮੋਰ ਪੋਪੂਲੇਟਡ, ਕਿਹੜੀ ਸਟੇਟ ਹੈ ਇੰਡੀਆ ਦੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਆ। ਵਿਚ ਸਟੇਟ ਇਜ਼ ਲੈਸ ਪੋਪੂਲੇਟਡ ਸਟੇਟ ਆਫ ਇੰਡੀਆ, ਕਿਹਦੇ ਵਿੱਚ ਸਭ ਤੋਂ ਘੱਟ ਪੋਪੂਲੇਸ਼ਨ ਹੈ। ਰਾਈਟ ਦੀ ਈਸਟ ਵੈਸਟ ਐਂਡ ਨਾਰਥ ਸਾਊਥ ਐਕਸਟੈਂਟ ਆਫ ਇੰਡੀਆ, ਇਹਦੇ ਵਿੱਚ ਤੁਸੀਂ ਦੱਸਣਾ ਹੋਵੇ ਕਿੰਨੇ ਕਿਲੋਮੀਟਰ ਦਾ ਏਰੀਆ ਬਣਦਾ ਵਾ। ਹੁਣ ਜਿਹੜੇ ਸ਼ਾਰਟ ਕੁਐਸਚਨ ਨੇ ਜਿਹੜੇ ਤੁਸੀਂ ਕਾਪੀ ਦੇ ਉੱਤੇ ਵੀ ਲਿਖੇ ਹੋਣਗੇ, ਮੇ ਬੀ ਜੇਕਰ ਤੁਸੀਂ ਕਈ ਕੁਐਸਚਨ ਰਹਿ ਗਏ ਹੋਣਗੇ ਤਾਂ ਤੁਸੀਂ ਇਹ ਤੋਂ ਦੇਖ ਕੇ ਦੁਬਾਰਾ ਵੀ ਆਪਣੀ ਕਾਪੀਜ਼ ਦੇ ਉੱਤੇ ਲਿਖ ਸਕਦੇ ਹੋ। ਫਸਟ ਹੈਗਾ ਵਟ ਇਜ਼ ਦੀ ਬੇਸਿਸ ਆਫ ਦੀ ਮੀਨਿੰਗ ਆਫ ਟੂ ਦੀ ਭਾਰਤ ਐਜ਼ ਇੰਡੀਆ ਭਾਰਤ ਨੂੰ ਜਿਹੜਾ ਇੰਡੀਆ ਦਾ ਨਾਮ ਕਿਵੇਂ ਦਿੱਤਾ ਗਿਆ, ਕਿਸ ਬੇਸ ਦੇ ਉੱਤੇ ਦਿੱਤਾ ਗਿਆ। ਦੀ ਨੇਮਿੰਗ ਆਫ ਦੀ ਨੇਸ਼ਨ ਸਟਾਰਟਿੰਗ ਦੀ ਇੰਡੀਆ ਇਜ਼ ਦੈਟ ਇਜ਼ ਭਾਰਤ ਸ਼ੈਲ ਬੀ ਯੂਨੀਅਨ ਆਫ ਸਟੇਟਸ, ਵੀ ਤਾਂ ਕਰਕੇ ਭਾਰਤ ਨੂੰ ਇੰਡੀਆ ਨੂੰ ਭਾਰਤ ਤਾਂ ਕਿਹਾ ਗਿਆ ਕਿਉਂਕਿ ਇਹਦਾ ਮਤਲਬ ਕੀ ਸੀਗਾ ਯੂਨੀਅਨ ਆਫ ਸਟੇਟ, ਵੀ ਸਟੇਟਾਂ ਦਾ ਯੂਨੀਅਨ ਸੀਗਾ। ਕੌਨਸਟੀਟਿਊਸ਼ਨ ਇਕੁਅਲਟ ਇੰਡੀਆ ਵਿਦ ਦਾ ਭਾਰਤ, ਵੀ ਇਸ ਤਰੀਕੇ ਨਾਲ ਜਿਹੜਾ ਕੌਨਸਟੀਟਿਊਸ਼ਨ ਦੇ ਵਿੱਚ ਹੈ ਇੰਡੀਆ ਨੂੰ ਭਾਰਤ ਦੇ ਨਾਲ ਰਿਲੇਟ ਕੀਤਾ ਗਿਆ। ਵਿਚ ਆਫ ਟੂ ਦੀ ਸਿਚੁਏਸ਼ਨ ਆਫ ਇੰਡੀਆ ਔਨ ਦੀ ਗਲੋਬ ਦੇ ਅਕੋਰਡਿੰਗ ਇੰਡੀਆ ਦੀ ਕੀ ਸਿਚੁਏਸ਼ਨ ਆ। ਇੰਡੀਆ ਐਕਸਟੈਂਡ ਟੂ ਦੀ 8 ਡਿਗਰੀ 4 ਮਿੰਟਸ ਐਂਡ 37 ਡਿਗਰੀ 5 ਮਿੰਟ ਨਾਰਥ ਲੈਟੀਟਿਊਡਸ ਐਂਡ 67 ਡਿਗਰੀ 7 ਮਿੰਟਸ ਐਂਡ 97 ਡਿਗਰੀ 25 ਮਿੰਟਸ ਈਸਟ ਲੌਂਗੀਟਿਊਡ ਦੇ ਵਿੱਚ ਜਿਹੜਾ ਇੰਡੀਆ ਵਾ ਉਹ ਸਟੇਟ ਕਰਦਾ ਵਾ ਅਕੋਰਡਿੰਗ ਟੂ ਗਲੋਬ। ਨੈਕਸਟ ਹੈਗਾ ਬਾਈ ਵਟ ਇਜ਼ ਦੀ ਲੋਕੇਸ਼ਨ ਆਫ ਦੀ ਇੰਡੀਆ ਇਜ਼ ਰਿਸਪੈਕਟ ਆਫ ਟੂ ਦੀ ਇੰਡੀਅਨ ਓਸ਼ਨ ਦੇ ਅਕੋਰਡਿੰਗ ਇੰਡੀਆ ਦੀ ਕੀ ਲੋਕੇਸ਼ਨ ਆ। ਇਟਸ ਲੋਕੇਸ਼ਨ ਆਫ ਟੂ ਦੀ ਈਸਟਰਨ ਹੀਮੋਸਫੀਅਰ, ਇਟ ਇਜ਼ ਟੂ ਦੀ ਕਾਊਂਟ ਅਮੰਗਸ ਦੀ ਈਸਟਰਨ ਕੰਟਰੀਜ਼, ਜਿਹੜੀਆਂ ਈਸਟਰਨ ਹੀਮੋਸਫੀਅਰ ਦੇ ਵਿੱਚ ਆ ਅਤੇ ਈਸਟਰਨ ਕੰਟਰੀਜ਼ ਦੇ ਨਾਲ ਇਹਨੂੰ ਕੀ ਆ ਕਾਊਂਟ, ਜਾਂ ਤੁਸੀਂ ਕਹਿ ਦਿਓ ਵੀ ਇਹਨੂੰ ਜੋੜਿਆ ਜਾ ਰਿਹਾ ਵਾ। ਵਿਚ countries comes to the directly contract with the India because of to the nearest of to the coastal boundaries with the Indian Ocean, ਵੀ ਕਿਹੜੀਆਂ ਇਹੋ ਜਿਹੀਆਂ ਕੰਟਰੀਜ਼ ਨੇ ਜਿਨ੍ਹਾਂ ਦਾ ਕੰਟੈਕਟ ਡਾਇਰੈਕਟਲੀ ਇੰਡੀਆ ਦੇ ਨਾਲ ਹੋ ਗਿਆ, ਕਿਉਂਕਿ ਜਿਹੜਾ ਕੋਸਟਲ ਬਾਉਂਡਰੀਜ਼ ਨੇ ਜਿਹੜੀਆਂ ਇੰਡੀਅਨ ਓਸ਼ਨ ਦੀਆਂ ਉਹਦੇ ਨਾਲ ਜੁੜੀਆਂ ਨੇ। ਦੀਆਂ ਕੰਟਰੀਜ਼ ਵਿਚ ਡਾਇਰੈਕਟਲੀ ਕਨੈਕਟ ਡਿਊ ਟੂ ਦੀ ਇੰਡੀਅਨ ਓਸ਼ਨ ਆਰ ਆਸਟ੍ਰੇਲੀਆ, ਸਾਊਥ ਅਫਰੀਕਾ, ਸ਼੍ਰੀਲੰਕਾ ਐਂਡ ਸਮ ਆਫ ਦੀ ਈਸਟਰਨ ਪਾਰਟਸ ਆਫ ਟੂ ਦੀ ਅਫਰੀਕਾ। ਇਹਦੇ ਵਿੱਚ ਇੰਡੀਆ ਦੇ ਨਾਲ ਕਿਹੜਾ ਜੁੜ ਰਿਹਾ, ਆਸਟ੍ਰੇਲੀਆ ਜੁੜ ਰਿਹਾ, ਸਾਊਥ ਅਫਰੀਕਾ ਜੁੜ ਰਿਹਾ, ਸ਼੍ਰੀਲੰਕਾ ਜੁੜ ਰਿਹਾ ਅਤੇ ਸਮ ਪਾਰਟਸ ਆਫ ਈਸਟਰਨ ਅਫਰੀਕਾ ਦਾ ਵੀ ਪਾਰਟ ਇਹਦੇ ਨਾਲ ਜੁੜ ਰਿਹਾ। ਵਟ ਇਜ਼ ਦੀ ਐਕਸਟੈਂਸ਼ਨ ਆਫ ਇੰਡੀਆ ਦੀ ਐਕਸਟੈਂਸ਼ਨ ਕਿੰਨੀ ਆ। ਦੀ ਇੰਡੀਆ ਐਕਸਟੈਂਡ ਬਿਟਵੀਨ ਟੂ ਦੀ 84 ਐਂਡ 7006 ਨਾਰਥ ਲੈਟੀਟਿਊਡਸ ਐਂਡ 67 ਐਂਡ 7 ਐਂਡ 9725 ਈਸਟ ਲੌਂਗੀਟਿਊਡ ਸੇ ਜਿਹੜਾ ਵਾ ਇੰਡੀਆ ਦੀ ਐਕਸਟੈਂਸ਼ਨ ਹੋ ਰਹੀ ਆ। ਵਟ ਇਜ਼ ਦੀ
ਏਰੀਆ ਐਂਡ ਪਾਪੂਲੇਸ਼ਨ ਪਰ ਕੈਪੀਟਲ ਇਨਕਮ ਆਫ ਦੀ ਇੰਡੀਆ ਦੱਸਣੀ ਆ ਵੀ ਕਿੰਨੀਆਂ ਏਰੀਆ ਕਿੰਨਾ ਵਾ, ਪਾਪੂਲੇਸ਼ਨ ਕਿੰਨੀ ਹੈ ਅਤੇ ਪਰ ਕੈਪੀਟਲ ਇਨਕਮ ਕਿੰਨੀ ਆ। ਦੀ ਇੰਡੀਆ ਦਾ ਏਰੀਆ ਕਿੰਨਾ ਵਾ 32,87,263 ਕਿਲੋਮੀਟਰ ਪਰ ਸਕੇਅਰ ਅਤੇ ਪਾਪੂਲੇਸ਼ਨ ਕਿੰਨੀ ਆ 121.1 ਕਰੋੜ। ਪਰ ਕੈਪੀਟਲ ਇਨਕਮ ਹੈਗੀ ਹੈ 460 ਰੁਪਏ ਪਰ ਪਰਸਨ। ਕੰਪੈਰੀਜ਼ਨ ਆਫ ਦੀ ਏਰੀਆ, ਕਰੰਸੀ, ਪਾਪੂਲੇਸ਼ਨ, ਲਿਟਰੇਸੀ ਆਫ ਦੀ ਇੰਡੀਆ ਵਿਦ ਦੈਟ ਪਾਕਿਸਤਾਨ। ਪਾਕਿਸਤਾਨ ਦਾ ਏਰੀਆ ਕਿੰਨਾ ਵਾ 8,03,936 ਅਤੇ ਕਰੰਸੀ ਹੈਗੀ ਆ ਰੁਪੀਜ਼ ਪਾਕਿਸਤਾਨ ਅਤੇ ਪਾਪੂਲੇਸ਼ਨ ਹੈਗੀ ਆ 1714 ਅਤੇ ਇੰਡੀਆ ਦੀ ਜਿਹੜੀ ਕਰੰਸੀ ਆ ਉਹ ਕਿੰਨੀ ਆ ਏਰੀਆ ਕਿੰਨਾ ਵਾ 32,87,263 ਅਤੇ ਇੰਡੀਆ ਦੀ ਕਰੰਸੀ ਕਿਹੜੀ ਹੈ ਰੁਪੀਜ਼ ਅਤੇ ਪਾਪੂਲੇਸ਼ਨ ਕਿੰਨੀ ਹੈ 121.01 ਕਰੋੜ। ਲਿਟਰੇਸੀ ਦਾ ਰੇਟ ਕਿੰਨਾ ਵਾ 74.04। ਨੈਕਸਟ ਹੈਗਾ ਵਟ ਇਜ਼ ਦੀ ਨੌਰਥ ਸਾਊਥ ਐਂਡ ਈਸਟ ਵੈਸਟ ਐਕਸਟੈਂਸ਼ਨ ਆਫ ਇੰਡੀਆ। ਇੰਡੀਆ ਦੀ ਐਕਸਟੈਂਸ਼ਨ ਕਿੰਨੀ ਹੈ ਅਤੇ ਇੰਡੀਆ ਜਿਹੜਾ ਐਕਸਟੈਂਡ ਕਰਦਾ ਵਾ 80.4 ਐਂਡ 37.06 ਨੌਰਥ ਲੈਟੀਟਿਊਡ ਅਤੇ 67.07 ਐਂਡ 97.25 ਈਸਟ ਲੌਗਨੀਟਿਊਡ ਦੇ ਵਿੱਚ ਐਕਸਟੈਂਡ ਕਰਦਾ ਵਾ। ਵਟ ਇਜ਼ ਦੀ ਲੈਂਥ ਆਫ ਦੀ ਇੰਡੀਆ ਆਫ ਦੀ ਕੋਸਟਲ ਬਾਉਂਡਰੀ ਆਫ ਇੰਡੀਆ। ਇੰਡੀਆ ਦੀ ਜਿਹੜੀ ਕੋਸਟਲ ਬਾਉਂਡਰੀ ਹੈ ਉਹਦੀ ਲੈਂਥ ਕਿੰਨੀ ਆ 3214 ਕਿਲੋਮੀਟਰ। ਵਟ ਡੂ ਯੂ ਮੀਨ ਬਾਈ ਦੀ ਸਬ ਕੌਂਟੀਨੈਂਟ। ਸਬ ਕੌਂਟੀਨੈਂਟ ਕੀ ਹੁੰਦੇ ਆ? ਸਬ ਕੌਂਟੀਨੈਂਟ ਇਜ਼ ਅ ਬਿਗ ਐਂਡ ਇੰਡੀਪੈਂਡੈਂਟ ਰੀਜਨ due to the great longitude and latitudes extension is also and as to the subcontinent ਕੀ ਹੁੰਦਾ ਇੱਕ ਬਿਗੇਸਟ ਇੰਡੀਪੈਂਡੈਂਟ ਰੀਜ਼ਨ ਹੁੰਦਾ। ਇਹਨੂੰ ਤਾਂ ਮੰਨਿਆ ਗਿਆ ਕਿਉਂਕਿ ਇਹਦੀ ਜਿਹੜਾ ਲੌਗਨੀਟਿਊਡ ਅਤੇ ਲੈਟੀਟਿਊਡ ਆ ਐਕਸਟੈਂਸ਼ਨ ਬਹੁਤ ਵੱਡੀ ਹੁੰਦੀ ਹੈ, ਤਾਂ ਕਰਕੇ ਇਹਨੂੰ ਸਬ ਕੰਟੀਨੈਂਟ ਬਣਾਇਆ ਗਿਆ। ਵਰਲਡ ਦੇ ਵਿੱਚ ਕਿੰਨੇ ਸਬ ਕੰਟੀਨੈਂਟ ਨੇ? 7 ਕੰਟੀਨੈਂਟ ਨੇ ਅਤੇ ਇੰਡੀਆ ਕਿਹੜੇ ਕੰਟੀਨੈਂਟ ਦੇ ਵਿੱਚ ਆਉਂਦਾ? ਏਸ਼ੀਆ ਦੇ ਵਿੱਚ। ਇਹ ਯਾਦ ਰੱਖਣਾ ਵਾ। ਵਟ ਇਜ਼ ਦੀ ਕਲਚਰਲ ਪੋਲਿਊਸ਼ਨ। ਕਲਚਰਲ ਪੋਲਿਊਸ਼ਨ ਕੀ ਹੁੰਦਾ ਵਾ? ਕਲਚਰਲ ਪੋਲਿਊਸ਼ਨ ਇਜ਼ ਅ ਪ੍ਰੋਸੈਸ ਟੂ ਦੀ ਨਿਊ ਕਮਰਸ ਆ ਕਲਚਰ ਅਡਾਪਟਿੰਗ ਟੂ ਦੀ ਬਿਹੇਵੀਅਰ ਐਂਡ ਟ੍ਰੇਟਸ ਆਫ ਟੂ ਦੀ ਡੋਮੀਨੈਂਟ ਕਲਚਰਲ। ਇਹਦੇ ਵਿੱਚ ਕਲਚਰਲ ਪੋਲਿਊਸ਼ਨ ਦਾ ਮਤਲਬ ਵੀ ਜਦੋਂ ਅਸੀਂ ਕੋਈ ਨਵਾਂ ਪਰਸਨ ਸਾਡੇ ਕਲਚਰ ਦੇ ਵਿੱਚ ਨਵੀਂ ਚੀਜ਼ ਆਉਂਦੀ ਹੈ ਤਾਂ ਅਸੀਂ ਉਹਨੂੰ ਅਡਾਪਟ ਕਰ ਲੈਂਦੇ ਹਾਂ ਅਤੇ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ, ਤਾਂ ਉਹਨੂੰ ਕੀ ਕਹਿੰਦੇ ਆ? ਕਲਚਰਲ ਪੋਲਿਊਸ਼ਨ ਕਿਹਾ ਜਾਂਦਾ ਵਾ। ਵਟ ਇਜ਼ ਦੀ ਰੈਂਕ ਆਫ ਦੀ ਇੰਡੀਆ ਆਫ ਦੀ ਵਰਲਡ ਇਨ ਦੀ ਟਰਮ ਆਫ ਏਰੀਆ। ਏਰੀਆ ਦੇ ਅਕੋਰਡਿੰਗ ਇੰਡੀਆ ਦੀ ਕਿਹੜਾ ਰੈਂਕ ਆ? ਇਟ ਇਜ਼ ਅ ਸੈਕਿੰਡ ਰੈਂਕ ਆਫਟਰ ਟੂ ਦੀ ਚਾਈਨਾ ਟਰਮਸ ਆਫ ਟੂ ਦੀ ਪਾਪੂਲੇਸ਼ਨ ਐਂਡ 7th ਰੈਂਕ ਇਨ ਦੀ ਟਰਮਸ ਆਫ ਟੂ ਦੀ ਏਰੀਆ ਆਫ ਇੰਡੀਆ। ਇੰਡੀਆ ਦਾ ਏਰੀਆ ਦੇ ਅਕੋਰਡਿੰਗ 7ਵਾਂ ਵਾ ਅਤੇ ਪਾਪੂਲੇਸ਼ਨ ਦੇ ਅਕੋਰਡਿੰਗ ਦੂਜਾ ਵਾ। ਵਟ ਕੰਟਰੀ ਸ਼ੇਅਰਸ ਟੂ ਦੀ ਲੈਂਡ ਫਰੰਟਰ ਆਫ ਵਿਦ ਇੰਡੀਆ। ਇੰਡੀਆ ਦੇ ਨਾਲ ਕਿਹੜੀ ਲੈਂਡ ਫਰੰਟਰ ਜਿਹੜੀ ਕੰਟਰੀਜ਼ ਆ ਉਹਦੇ ਨਾਲ ਸ਼ੇਅਰ ਕਰਦੀ ਆ? ਐਪਰੋਪ੍ਰੀਏਟਲੀ ਦੀ ਬੰਗਲਾਦੇਸ਼ ਦੈਟ ਸ਼ੇਅਰ ਟੂ ਦੀ ਲੌਂਗੈਸਟ ਬਾਉਂਡਰੀ ਵਿਦ ਇੰਡੀਆ। ਇੰਡੀਆ ਦੇ ਨਾਲ ਸਭ ਤੋਂ ਵੱਡੀ ਜਿਹੜੀ ਬਾਉਂਡਰੀ ਆ ਉਹ ਕਿਹਦੇ ਨਾਲ ਆ? ਬੰਗਲਾਦੇਸ਼ ਦੇ ਨਾਲ ਆ। ਫੋਲੋਡ ਬਾਈ ਟੂ ਦੀ ਚਾਈਨਾ, ਪਾਕਿਸਤਾਨ, ਨੇਪਾਲ, ਮਿਆਂਮਾਰ, ਭੂਟਾਨ, ਅਫਗਾਨਿਸਤਾਨ। ਇਹਨਾਂ ਦੇ ਨਾਲ ਫਿਰ ਜਿਹੜੀ ਇੰਡੀਆ ਦੀ ਆ ਉਹ ਬਾਉਂਡਰੀ ਸ਼ੇਅਰ ਹੁੰਦੀ ਆ। ਤਾਂ ਇਹ ਸੀਗੀ ਮੇਰੀ ਵੀਡੀਓ ਜਿਹੜੀ ਕਿ ਕਲਾਸ 10th ਦੇ ਲਈ ਫਸਟ ਚੈਪਟਰ ਬਣਾਇਆ ਗਿਆ ਸੀ ਇੰਟਰੋਡਕਸ਼ਨ। ਮੈਨੂੰ ਆਈ ਹੋਪ ਤੁਹਾਨੂੰ ਇਹ ਮੇਰੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਜੇਕਰ ਤੁਸੀਂ ਮੇਰੇ ਪਹਿਲੀ ਵਾਰ YouTube ਚੈਨਲ 'ਤੇ ਆਏ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੇਕਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੇਰੀ ਜਿਹੜੀ ਵੀਡੀਓ ਆ ਉਹਦੇ ਵਿੱਚ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸੋ। ਜਿਹੜੇ 10 ਕੁਐਸਚਨ ਆਨਸਰ ਤੁਹਾਨੂੰ ਦਿੱਤੇ ਆ ਤੁਸੀਂ ਇਹਨਾਂ ਨੂੰ ਕਿਤੇ ਵੀ ਗੂਗਲ ਦੇ ਉੱਤੇ ਸਰਚ ਕਰਿਓ ਨਾ, ਤਾਂ ਮੇਰੀ ਵੀਡੀਓ ਨੂੰ ਸੁਣੋ ਧਿਆਨ ਦੇ ਨਾਲ ਅਤੇ ਤੁਹਾਨੂੰ ਉਹਦੇ ਵਿੱਚ ਹੀ ਸਾਰੇ ਆਨਸਰ ਮਿਲ ਜਾਣਗੇ। ਤਾਂ ਤੁਸੀਂ ਇਹਨੂੰ ਕੀ ਆ ਆਪਣੇ ਆਨਸਰਸ ਨੂੰ ਟੈਲੀ ਕਰਨਾ ਅਤੇ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਇਹਨਾਂ ਦੇ ਆਨਸਰ ਪਾਉਣੇ ਆ, ਤਾਂ ਜੋ ਤੁਹਾਡੀ ਰਿਵੀਜ਼ਨ ਵੀ ਬਣੀ ਰਹੇ ਅਤੇ ਤੁਹਾਨੂੰ ਜੇਕਰ ਤੁਹਾਨੂੰ ਮੇਰੀ ਵੀਡੀਓ ਇੰਟਰਸਟਿੰਗ ਲੱਗੀ ਤਾਂ ਇਹਦੇ ਬਾਰੇ ਵੀ ਤੁਸੀਂ ਮੇਰੇ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਥੈਂਕਸ ਲੋਟ ਵਾਚਿੰਗ ਮਾਈ ਵੀਡੀਓ।